ਨਾਵਲ ਗੋਲੀ ਚੱਲਦੀ ਗਈ ਅਥਵਾ ਬੱਬਰਾਂ ਦੀ ਵਿੱਥਿਆ ਭਾਗ 14ਵਾਂ। ਬੇੜਾ ਕੌਮ ਦਾ ਜਿਨ੍ਹਾਂ ਨੇ ਗਰਕ ਕੀਤਾ, ਸਿਰੀਂ ਜ਼ਾਲਮਾਂ ਦੇ ਖਾਕ ਪਾਉਣ ਲੱਗ ਪਓ। ਦੇਸ਼ ਭਗਤਾਂ ਨੂੰ ਜਿਨ੍ਹਾਂ ਨੇ ਦੁੱਖ ਦਿੱਤਾ, ਉਹਨਾਂ ਜ਼ਾਲਮਾਂ ਦੀ ਧੌਣ ਲਾਹੁਣ ਲੱਗ ਪਓ। ਹਿੰਦ ਵਿੱਚ ਪਾਪੀ ਨਹੀਂ ਰਹਿਣ ਦੇਣੇ, ਜਿੱਥੇ ਕਿਤੇ ਦੇਖੋ ਵੰਡ ਪਾਉਣ ਲੱਗ ਪਓ। ਸਾੜੋ ਚੌਂਕੀਆਂ, ਲੁੱਟੋ ਖਜ਼ਾਨਿਆਂ ਨੂੰ, ਪੁਲਿਸ ਥਾਣਿਆਂ ਨੂੰ ਘੇਰਾ ਪਾਉਣ ਲੱਗ ਪਓ। ਕੰਮ ਦੂਸਰਾ ਵੀ ਨਾਲ ਸ਼ੁਰੂ ਕਰਨਾ, ਰੇਲਾਂ ਹੇਠਾਂ ਵੀ ਬੰਬ ਟਿਕਾਉਣ ਲੱਗ ਪਓ। ਹਿੰਦੂ ਮੁਸਲਮਾਨੋ ਤੇ ਸਿੰਘ ਸੂਰਿਓ ਵੇ, ਵੇਲਾ ਆ ਗਿਆ ਗਦਰ ਮਚਾਵਣੇ ਦਾ। ਅੱਖੀਂ ਵੇਖ ਬੇਅਦਬੀਆਂ ਹੁੰਦੀਆਂ ਨੂੰ, ਰਿਹਾ ਵਕਤ ਨਾ ਝੱਟ ਲੰਘਾਵਣੇ ਦਾ। ਜ਼ੁਲਮ ਵੇਖ ਕੇ ਕਿਉਂ ਸੂਰਿਓ ਚੁੱਪ ਬੈਠੇ, ਵਕਤ ਆ ਗਿਆ ਤੇਗ ਉਠਾਵਣੇ ਦਾ। ਬੱਬਰ ਕਾਰਕੁਨਾਂ ਦੀ ਉਚੇਚੀ ਇਕੱਤਰਤਾ ਹੋ ਰਹੀ ਸੀ। ਉਸ ਇਕੱਤਰਤਾ ਵਿੱਚ ਉਹਨਾਂ ਦਾ ਆਪਣਾ ਛਪਿਆ ਅਖਬਾਰ ਬੱਬਰ ਅਕਾਲੀ ਨਾਂ ਦਾ ਪੜ੍ਹਿਆ ਜਾ ਰਿਹਾ ਸੀ। ਉਪਰੋਕਤ ਕਵਿਤਾ ਉਸ ਅਖਬਾਰ ਦੀਆਂ ਕਵਿਤਾਵਾਂ ਵਿੱਚੋਂ ਇੱਕ ਸੀ। ਬੱਬਰ ਅਕਾਲੀ ਅਖਬਾਰ ਪ੍ਰੈਸ ਵਿੱਚ ਨਹੀਂ ਸੀ ਛਪਦਾ, ਸਗੋਂ ਸਾਈਕਲੋ ਸਟਾਈਲ 'ਤੇ ਛਾਪਿਆ ਜਾਂਦਾ ਸੀ। ਉਸ ਨੂੰ ਜਨਤਾ ਵਿੱਚ ਵੰਡਿਆ ਜਾਂਦਾ ਸੀ। ਪਰਚਾ ਸਰਕਾਰ ਦੇ ਬੰਦਿਆਂ ਦੇ ਵੀ ਹੱਥ ਲੱਗ ਗਿਆ ਤੇ ਉਹ ਹਲਕਾਏ ਕੁੱਤੇ ਵਾਂਗ ਨੱਸ ਭੱਜ ਕਰਦੇ ਅਖਬਾਰ ਦੇ ਛਪਣ ਦਾ ਟਿਕਾਣਾ ਲੱਭਦੇ ਫਿਰਦੇ ਸਨ। ਪਰ ਉਹਨਾਂ ਨੂੰ ਬੱਬਰਾਂ ਦੇ ਕੇਂਦਰ ਦਾ ਪਤਾ ਨਹੀਂ ਸੀ ਲੱਗਦਾ। ਸਰਕਾਰੀ ਜਾਸੂਸਾਂ ਕੋਲੋਂ ਦੁਰੇਡੇ ਤੇ ਅਣਜਾਣੇ ਰਹਿਣ ਲਈ ਹੀ ਉਹ ਇਕੱਤਰਤਾ ਹੁਸ਼ਿਆਰਪੁਰ ਤੋਂ ਅੱਗੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੋ ਰਹੀ ਸੀ। ਚੰਦ ਚਾਨਣੀ ਰਾਤ ਸੀ, ਕੀੜੀ ਵੀ ਹਿੱਲੇ ਤਾਂ ਪਤਾ ਲੱਗ ਜਾਂਦਾ ਸੀ। ਉਹ ਇਕੱਤਰਤਾ ਲਾਪਰਵਾਹੀ ਨਾਲ ਨਹੀਂ, ਸਗੋਂ ਸੁਚੱਜਤਾ ਨਾਲ ਕਰ ਰਹੀ ਸੀ। ਉੱਪਰ ਦੂਰ ਦੂਰ ਤੱਕ ਚੌਗਿਰਦੇ ਰਾਖੇ ਬਿਠਾਏ ਸਨ ਕਿ ਕੋਈ ਸਰਕਾਰੀ ਕਰਮਚਾਰੀ ਜਾਂ ਚੁਗਲ ਨਾ ਆ ਜਾਏ। ਚੁਗਲ ਤੇ ਝੋਲੀ ਚੁੱਕ ਤਾਂ ਸ਼ਿਕਾਰੀਆਂ ਵਾਂਗ ਨੱਸੇ ਭੱਜੇ ਫਿਰਦੇ ਰਹਿੰਦੇ ਸਨ। ਝੋਲੀ ਚੁੱਕ ਚੁਗਲ, ਥਾਣੇਦਾਰ ਤੇ ਹੋਰ ਸਰਕਾਰੀ ਕਰਮਚਾਰੀ ਜੇ ਨੱਸੇ ਭੱਜੇ ਨਾ ਫਿਰਦੇ ਤਾਂ ਕੀ ਕਰਦੇ? ਸਾਰੇ ਦੁਆਬੇ ਵਿੱਚ ਹਾਹਾਕਾਰ ਮਚ ਗਈ ਸੀ। 13-14 ਝੋਲੀ ਚੁੱਕ ਮਾਰੇ ਗਏ ਸਨ। ਗਵਰਨਰ ਸਮੇਤ ਸਾਰੇ ਪੰਜਾਬ ਦੀ ਗੋਰਾਸ਼ਾਹੀ ਕੰਬ ਉੱਠੀ ਸੀ। ਮਰਨ ਵਾਲਿਆਂ ਦੇ ਰਿਸ਼ਤੇਦਾਰ ਤੇ ਮਿੱਤਰ ਉਹਨਾਂ ਦੇ ਅੱਗੇ ਜਾ ਕੇ ਪਿੱਟਦੇ ਸਨ ਕਿ ਬੱਬਰਾਂ ਨੂੰ ਫੜਿਆ ਜਾਏ। ਬੱਬਰਾਂ ਦੇ ਸਹਾਇਕ ਤੇ ਸੰਚਾਲਕ ਖੁਫੀਆ ਢੰਗ ਨਾਲ ਗੱਲਾਂ ਬਾਤਾਂ ਵਿੱਚ ਵੀ ਲੋਕਾਂ ਨੂੰ ਪ੍ਰਗਟ ਕਰਦੇ ਸਨ ਕਿ ਬੱਬਰਾਂ ਨੇ ਕੋਈ ਝੋਲੀ ਚੁੱਕ ਜਿਉਂਦਾ ਨਹੀਂ ਰਹਿਣ ਦੇਣਾ। ਸਰਕਾਰ ਨੇ ਬੱਬਰਾਂ ਨੂੰ ਫੜਾਉਣ ਵਾਲਿਆਂ ਲਈ ਭਾਰੀ ਇਨਾਮ ਰੱਖੇ ਸਨ। ਕਈ ਇਨਾਮ ਲੈਣ ਦੇ ਲਾਲਚ ਵਿੱਚ ਬੱਬਰਾਂ ਦੇ ਪਿੱਛੇ ਲੱਗ ਰਹੇ ਸਨ। ਪੰਜਾਬ ਵਿੱਚ ਬਗਾਵਤ ਦਾ ਭਾਰੀ ਖਤਰਾ ਪੈਦਾ ਹੋ ਗਿਆ, ਕਿਉਂਕਿ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ 'ਤੇ ਸੀ। ਸਾਰੇ ਦੇਸ਼ ਵਿੱਚ ਸਿਵਲ ਨਾਫਰਮਾਨੀ ਸ਼ੁਰੂ ਸੀ ਤੇ ਬੰਗਾਲ ਵਿੱਚ ਜੁੱਗਗਰਦਾਂ ਨੇ ਸਰਕਾਰ ਨੂੰ ਵਕਤ ਪਾਇਆ ਹੋਇਆ ਸੀ। ਸਰਕਾਰ ਹਿੰਦ ਘਬਰਾਈ ਹੋਈ ਸੀ। ਲੰਡਨ ਅਤੇ ਕਲਕੱਤੇ ਵਿਚਾਲੇ ਤਾਰਾਂ ਚਿੱਠੀਆਂ ਦਾ ਤਾਣਾ ਤਣਿਆ ਰਹਿੰਦਾ ਸੀ। ਕੀ ਕੀਤਾ ਏ, ਕੀ ਹੋ ਰਿਹਾ ਏ ਦੇ ਸਵਾਲ ਪੁੱਛੇ ਜਾਂਦੇ ਸਨ। ਇਕੱਤਰਤਾ ਹੋ ਰਹੀ ਸੀ। ਜੋਸ਼, ਗੰਭੀਰਤਾ ਤੇ ਦੂਰ ਅੰਦੇਸ਼ੀ ਦੇ ਅਨੋਖੇ ਹੀ ਝਲਕਾਰੇ ਸਨ। ਹਨੇਰੀ ਖੱਡ ਵਿੱਚ ਚੰਦ ਬੰਦੇ ਬੈਠ ਕੇ ਬਰਤਾਨਵੀ ਸਾਮਰਾਜ ਦਾ ਤਖ਼ਤਾ ਉਲਟਾਉਣ ਲਈ ਵਿਚਾਰਾਂ ਕਰ ਰਹੇ ਸਨ। ਉਹਨਾਂ ਨੂੰ ਮਾਣ ਸੀ ਕਿ ਉਹਨਾਂ ਦੀਆਂ ਸਾਰੀਆਂ ਵਿਉਂਤਾਂ ਨੇਪਰੇ ਚੜ੍ਹ ਰਹੀਆਂ ਸਨ। ਉਹਨਾਂ ਦੇ ਉਦੇਸ਼ ਵਿੱਚ ਉਹਨਾਂ ਨੂੰ ਭਾਰੀ ਸਫਲਤਾ ਪ੍ਰਾਪਤ ਹੋ ਰਹੀ ਸੀ। ਇਸ ਇਕੱਠ ਦੀ ਪ੍ਰਧਾਨਗੀ ਸਰਦਾਰ ਕਿਸ਼ਨ ਸਿੰਘ ਜੀ ਗੜਗੱਜ ਵਿੰਨਗਾਂ ਵਾਲੇ ਕਰ ਰਹੇ ਸਨ, ਜਿਹੜੇ ਸਾਰੀ ਲਹਿਰ ਦੇ ਜਨਮਦਾਤਾ ਤੇ ਆਗੂ ਸਨ। ਉਸਨੇ ਕਿਹਾ, ਭਾਰਤ ਮਾਤਾ ਦੇ ਸਪੁੱਤਰ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਿਰਭੈ ਯੋਧਿਓ, ਤੁਸਾਂ ਦੀ ਕਮਾਈ ਸਫਲ ਹੋ ਰਹੀ ਹੈ। ਕਈ ਝੋਲੀ ਚੁੱਕ ਆਪਣੇ ਖੋਟੇ ਕਰਮ ਤੇ ਦੇਸ਼ ਧਰੋਹੀ ਬਣਨ ਦਾ ਕੌੜਾ ਫਲ ਖਾਂਦੇ ਹੋਏ ਨਰਕਾਂ ਵੱਲ ਤੁਰ ਗਏ ਹਨ। ਹਰ ਪਾਸਿਓਂ ਜਿੱਤ ਹੀ ਜਿੱਤ ਹੋ ਰਹੀ ਹੈ। ਭਾਵੇਂ ਅਸਾਂ ਵਿੱਚ ਕੁਝ ਸਰਲੱਥ ਦੇਸ਼ ਭਗਤ ਭਾਰਤ ਦੀ ਸੁਤੰਤਰਤਾ ਦਾ ਘੋਲ ਘੁਲਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਕੇ ਅਮਰ ਜੀਵਨ ਪ੍ਰਾਪਤ ਕਰ ਚੁੱਕੇ ਹਨ, ਫਿਰ ਵੀ ਉਤਸ਼ਾਹ ਵੱਧਦਾ ਹੀ ਜਾ ਰਿਹਾ ਹੈ। ਖੁਸ਼ੀ ਦੀ ਗੱਲ ਹੈ ਕਿ ਬੱਬਰ ਅਕਾਲੀ ਜੱਥੇ ਵਿੱਚ ਸਿਆਣੇ ਤੇ ਦਲੇਰ ਪੁਰਸ਼ ਸ਼ਾਮਲ ਹੋ ਰਹੇ ਸਨ। ਉਹ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣਗੇ। ਉਹਨਾਂ ਵਿੱਚੋਂ 3 ਹਾਜ਼ਰ ਹਨ, ਸਰਦਾਰ ਦਲੀਪ ਸਿੰਘ, ਸਰਦਾਰ ਮੋਤਾ ਸਿੰਘ ਤੇ ਸਰਦਾਰ ਹਰੀ ਸਿੰਘ। ਅੱਗੇ ਅਸਾਂ ਦੀ ਗਿਣਤੀ ਥੋੜ੍ਹੀ ਹੈ,
ਅਕਾਲ ਪੁਰਖ ਮਿਹਰ ਕਰੇ, ਗਿਣਤੀ 5000 ਹੋ ਜਾਏ ਤਾਂ ਸਾਰੇ ਗੋਰਿਆਂ ਨੂੰ ਧੱਕੇ ਮਾਰ ਮਾਰ ਕੇ ਸਮੁੰਦਰ ਵਿੱਚ ਡੋਬ ਦਿਆਂਗੇ। ਇਹ ਵਾਕ ਸਰਦਾਰ ਕਿਸ਼ਨ ਸਿੰਘ ਨੇ ਬੜੇ ਜ਼ੋਰ ਦੇ ਕੇ ਬੋਲਿਆ। ਉਸ ਦੇ ਹੱਥ ਦੀ ਮੁੱਕੀ ਆਪਣੇ ਆਪ ਹੀ ਵੱਟੀ ਗਈ ਤੇ ਉਹ ਜੋਸ਼ ਨਾਲ ਬੋਲੀ ਗਿਆ, ਅਸਾਂ ਨੂੰ ਪਤਾ ਲੱਗਾ ਹੈ ਕਿ ਪੁਲਿਸ ਯਤਨ ਕਰ ਰਹੀ ਹੈ ਕਿ ਆਪਣੇ ਆਦਮੀਆਂ ਨੂੰ ਸਾਡੇ ਵਿੱਚ ਘਸੋੜੇ, ਉਹ ਜਾਸੂਸੀ ਕਰਨ। ਰੱਤਾ ਸੰਕੋਚ ਤੇ ਦੇਖਭਾਲ ਕਰਕੇ ਸਾਥੀ ਬਣਾਉਣੇ ਚਾਹੀਦੇ ਹਨ। ਮਾਇਆ ਦੀ ਸਖਤ ਜ਼ਰੂਰਤ ਹੈ, ਜਿਵੇਂ ਹੋਵੇ ਮਾਇਆ ਪ੍ਰਾਪਤ ਕਰਨੀ ਚਾਹੀਏ। ਹੁਣ ਤੱਕ 10,000 ਰੁਪਇਆ ਕੁਝ ਸੱਜਣਾ ਨੇ ਜਾਨਾਂ ਹੀਲ ਕੇ ਉਹਨਾਂ ਕੰਜੂਸ ਸ਼ਾਹੂਕਾਰਾਂ ਦੀਆਂ ਤਜ਼ੋਰੀਆਂ ਵਿੱਚੋਂ ਲਿਆਂਦਾ ਹੈ, ਜਿਹੜੇ ਕਿਸੇ ਨੂੰ ਨੇਫੇ ਵਿੱਚੋਂ ਜੂੰ ਕੱਢ ਕੇ ਵੀ ਨਹੀਂ ਦਿੰਦੇ। ਪੇਸ਼ਾਵਰ, ਪਟਿਆਲੇ ਤੇ ਨਾਭੇ ਤੋਂ ਹਥਿਆਰ ਪ੍ਰਾਪਤ ਕਰਨ ਲਈ ਬੰਦੇ ਭੇਜੇ ਹਨ, 1-2 ਦਿਨਾਂ ਤੱਕ ਆ ਜਾਣਗੇ। ਕਿਸ਼ਨ ਸਿੰਘ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਤਾਂ ਕੁਝ ਜਵਾਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ। ਅਜੇ ਕੋਈ ਵੱਡਾ ਫੈਸਲਾ ਕਰਨ ਹੀ ਲੱਗੇ ਸਨ। ਨਵੀਂ ਵਿਉਂਤ ਪ੍ਰਗਟ ਕਰਨੀ ਹੀ ਸੀ ਕਿ ਬਾਹਰ ਖਲੋਤੇ ਰਾਖੇ ਨੇ ਆ ਕੇ ਜਥੇਦਾਰ ਕਿਸ਼ਨ ਸਿੰਘ ਦੇ ਕੰਨ ਵਿੱਚ ਕੁਝ ਆਖਿਆ। ਉਸ ਨੂੰ ਉਠਾ ਕੇ ਰੱਤਾ ਪਰੇ ਲੈ ਗਿਆ ਤੇ ਕਿਹਾ, ਇੱਕ ਤੀਵੀਂ ਆਈ ਹੈ, ਉਹ ਆਖਦੀ ਹੈ ਤੁਸਾਂ ਨੂੰ ਮਿਲਣਾ ਹੈ। ਕਾਰਨ ਕੋਈ ਨਹੀਂ ਦੱਸਦੀ। ਉਹ ਮੀਟਿੰਗ ਵਿੱਚ ਆਉਣੀ ਚਾਹੁੰਦੀ ਹੈ। ਉਹ ਆਖਦੀ ਹੈ ਕਿ ਦਾਰਾ ਸਿੰਘ ਦੀ ਤੀਵੀਂ ਹਾਂ। ਦਾਰਾ ਸਿੰਘ ਮੀਟਿੰਗ ਵਿੱਚ ਬੈਠਾ ਹੈ। ਪਰ ਉਹ ਕਿਵੇਂ ਆ ਗਈ? ਕੀ ਪਤਾ, ਕਿਤੇ ਉਸ ਦੇ ਪਿੱਛੇ ਪੁਲਿਸ ਨਾ ਹੋਏ। ਉਸਨੇ ਪੁਲਿਸ ਨੂੰ ਡਰਦਿਆਂ ਭੇਤ ਪ੍ਰਗਟ ਨਾ ਕਰ ਦਿੱਤਾ ਹੋਵੇ। ਕੱਲੀ, ਐਡੀ ਦੂਰ ਕੱਲੀ? ਫਿਰ ਉਸ ਨੂੰ ਇਹ ਥਾਂ ਦੱਸੀ ਕਿਸ? ਦਾਰਾ ਸਿੰਘ ਨੇ ਗੱਲ ਕੀਤੀ ਹੋਵੇਗੀ। ਇਹ ਕਿਵੇਂ ਹੋ ਸਕਦਾ ਹੈ? ਸਾਰੇ ਮੈਂਬਰਾਂ ਨੂੰ ਪੱਕੀ ਕੀਤੀ ਗਈ ਸੀ ਕਿ ਇਕੱਤਰਤਾ ਦਾ ਸਮਾਂ ਤੇ ਟਿਕਾਣਾ ਕਿਸੇ ਨੂੰ ਨਹੀਂ ਦੱਸਣਾ। ਕੋਈ ਸਾਜ਼ਿਸ਼ ਜ਼ਰੂਰ ਹੈ। ਫਿਰ ਹੁਕਮ ਕਰੋ, ਉਸ ਦੀ ਤਲਾਸ਼ੀ ਲੈ ਕੇ ਉਸ ਨੂੰ ਅੱਗੇ ਲਿਆਓ ਤੇ ਪਿੱਛੇ ਦੂਰ ਤੱਕ ਆਦਮੀ ਭੇਜੋ। ਪਤਾ ਕਰੋ ਕੋਈ ਇਸ ਦੇ ਪਿੱਛੇ ਤਾਂ ਨਹੀਂ। ਉਹ ਤਾਂ ਸੌਹਾਂ ਖਾਂਦੀ ਹੈ ਕਿ ਉਸ ਦੇ ਨਾਲ ਕੋਈ ਨਹੀਂ। ਉਹ ਮਿੱਤਰ ਹੈ, ਦੁਸ਼ਮਣ ਨਹੀਂ। ਉਹ ਬੱਬਰਾਂ ਨੂੰ ਕਿਸੇ ਖਤਰੇ ਦੀ ਚੇਤਾਵਨੀ ਕਰਾਉਣਾ ਚਾਹੁੰਦੀ ਹੈ। ਰਤਾ ਖਲੋ। ਇਹ ਆਖ ਕੇ ਕਿਸ਼ਨ ਸਿੰਘ ਮੁੜ ਮੀਟਿੰਗ ਵਿੱਚ ਗਿਆ ਤੇ ਉਸਨੇ ਬਾਬੂ ਸੰਤਾ ਸਿੰਘ ਤੇ ਸੁੰਦਰ ਸਿੰਘ ਮਖਸੂਸਪੁਰ ਨੂੰ ਉਠਾ ਕੇ ਬਾਹਰ ਲਿਆਂਦਾ ਤੇ ਪਰੇ ਜਾ ਕੇ ਉਹਨਾਂ ਨਾਲ ਗੱਲ ਕੀਤੀ। ਸੁੰਦਰ ਸਿੰਘ ਨੂੰ ਆਖਿਆ, ਤੂੰ ਦਾਰਾ ਸਿੰਘ ਦਾ ਖਿਆਲ ਰੱਖ। ਜੇ ਉਹ ਨੱਠਣ ਲੱਗੇ ਜਾਂ ਕੋਈ ਮਾੜੀ ਹਰਕਤ ਕਰੇ ਤਾਂ ਬੇਸ਼ੱਕ ਗੋਲੀ ਮਾਰ ਦੇਈਂ। ਉਸ ਦੀ ਤੀਵੀਂ ਜੋ ਆਈ ਹੈ, ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਬਾਬੂ ਸੰਤਾ ਸਿੰਘ ਤੇ ਕਿਸ਼ਨ ਸਿੰਘ ਅੱਗੇ ਚਲੇ ਗਏ। ਤੀਵੀਂ ਨੂੰ ਕੋਲ ਸੱਦਿਆ। ਉਸਨੇ ਬੜੀ ਹਮਦਰਦੀ ਤੇ ਭਰੇ ਗਲੇ ਨਾਲ ਆਖਿਆ, ਸ਼ੱਕ ਨਾ ਕਰੋ ਵੀਰ ਜੀ, ਮੈਂ ਦਾਰਾ ਸਿੰਘ ਦੇ ਘਰੋਂ ਹਾਂ। ਕੀ ਤੁਸਾਂ ਦੀ ਮੀਟਿੰਗ ਹੋ ਗਈ? ਕਿਉਂ ਕੋਈ ਵਿਉਂਤ ਨਵੀਂ ਤਾਂ ਨਹੀਂ ਸੋਚੀ? ਕਈ ਸੋਚੀਆਂ ਹਨ। ਕਿਸ ਨੂੰ ਮਾਰਨ ਦੀ ਵਿਉਂਤ? ਕੱਲ ਕਰਨ ਵਾਲੇ ਕੰਮ? ਅਜੇ ਤਾਂ ਨਹੀਂ ਸੋਚੇ। ਪਰ ਤੇਰਾ ਮਤਲਬ? ਮੇਰਾ ਮਤਲਬ ਹੈ ਵੀਰੋ, ਮੇਰਾ ਮਤਲਬ ਹੈ। ਕੀ ਮਤਲਬ ਹੈ? ਕੁਝ ਦੱਸੋ। ਦੱਸਦੀ ਹਾਂ, ਦੱਸਣ ਵਾਸਤੇ ਆਈ ਹਾਂ। ਮੈਨੂੰ ਘੇਰ ਪੈ ਰਹੀ ਹੈ, ਮੈਂ ਬੌਂਦਲ ਰਹੀ ਹਾਂ। ਤੁਸੀਂ? ਕੀ? ਮੇਰੇ ਪਤੀ ਨੂੰ ਸੱਦੋ। ਕਿਉਂ? ਕੰਮ ਹੈ, ਤੁਸਾਂ ਸਾਰਿਆਂ ਦਾ ਭਲਾ ਹੈ। ਕਰਤਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਆਖਦੀ ਹਾਂ, ਸਾਰਿਆਂ ਦਾ ਭਲਾ ਹੈ। ਬਾਬੂ ਸੰਤਾ ਸਿੰਘ ਆ ਗਿਆ। ਉਹ ਦਾਰਾ ਸਿੰਘ ਨੂੰ ਸੱਦ ਲਿਆਇਆ। ਦਾਰਾ ਸਿੰਘ 30-31 ਸਾਲ ਦਾ ਉਮਰ ਦਾ ਗੱਭਰੂ ਸੀ। ਉੱਚਾ ਲੰਮਾ ਕੱਦ ਤੇ ਸੋਹਣਾ ਸਰੀਰ। ਜੱਥੇ ਵਿੱਚ ਸ਼ਾਮਲ ਹੋਇਆਂ ਉਸਨੂੰ 8 ਕੁ ਮਹੀਨੇ ਹੋਏ ਸਨ ਤੇ ਉਸ ਦੀਆਂ ਦਲੇਰੀਆਂ ਦੇਖ ਕੇ, ਇਹ ਜਾਣ ਕੇ ਕਿ ਬੜਾ ਵਫਾਦਾਰ ਤੇ ਵੱਧ ਚੜ੍ਹ ਕੇ ਹਿੱਸਾ ਲੈਣ ਵਾਲਾ ਹੈ, ਸਰਦਾਰ ਕਿਸ਼ਨ ਸਿੰਘ ਨੇ ਆਪਣੇ ਭਰੋਸੇ ਵਿੱਚ ਲੈ ਲਿਆ ਸੀ। ਉਸ 'ਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਤਾਂ ਹਥਿਆਰ ਲੈਣ ਵਾਸਤੇ ਵੀ ਭੇਜਿਆ ਜਾਂਦਾ ਸੀ। ਇੱਕ ਵਾਰ ਪਟਿਆਲੇ ਤੋਂ ਹੋ ਆਇਆ ਸੀ ਤੇ ਕਈ ਬੱਬਰਾਂ ਦਾ ਜਾਣੂ ਹੋ ਚੁੱਕਾ ਸੀ, ਜਿਹੜੇ ਗੁਪਤ ਢੰਗ ਨਾਲ ਪਿੰਡ ਵਿੱਚ ਰਹਿ ਕੇ ਬੱਬਰਾਂ ਦੀ ਮਾਲੀ ਤੇ ਇਖਲਾਕੀ ਸਹਾਇਤਾ ਕਰਦੇ ਸਨ। ਦਲੀਪ ਸਿੰਘ ਨੇ ਉਸ ਦੀ ਸਿਫਾਰਿਸ਼ ਕੀਤੀ ਸੀ। ਉਹ ਜ਼ੁਬਾਨ ਦਾ ਵੀ ਰਸੀਲਾ ਸੀ। ਉਸ ਦੀ ਵਹੁਟੀ ਬਲਬੀਰ ਕੌਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਪੁੱਜੀ। ਆਪਣੇ ਪਿੰਡੋਂ ਤੁਰ ਕੇ ਉਸ ਨੂੰ ਕੋਈ 30-32 ਮੀਲ ਦਾ ਪੰਧ ਕਰਨਾ ਪਿਆ। ਫਿਰ ਇਕੱਲੀ
ਇਹ ਗੱਲਾਂ ਭੇਤ ਭਰੀਆਂ ਸਨ। ਸਰਦਾਰ ਕਿਸ਼ਨ ਸਿੰਘ ਸਭ ਕੁਝ ਜਾਣਨ ਨੂੰ ਕਾਹਲਾ ਸੀ। ਦਾਰਾ ਸਿੰਘ ਆਇਆ। ਨੇੜੇ ਆ ਕੇ ਚੰਦ ਦੀ ਚਾਨਣੀ ਵਿੱਚ ਜਦੋਂ ਉਸਨੇ ਆਪਣੀ ਜਵਾਨ ਪਤਨੀ ਨੂੰ ਦੇਖਿਆ ਤਾਂ ਉਹ ਠਠੰਬਰ ਗਿਆ। ਉਹਦਾ ਦਿਲ ਧੜਕਿਆ, ਮੱਥਾ ਠਣਕਿਆ ਤੇ ਨਾਲੇ ਪੁੱਛਿਆ, ਤੂੰ ਇੱਥੇ ਕਿਵੇਂ? ਜਿਵੇਂ ਤੁਸੀਂ ਇੱਥੇ, ਬਲਵੀਰ ਕੌਰ ਨੇ ਉੱਤਰ ਦਿੱਤਾ। ਬਲਵੀਰ ਕੌਰ ਪੁੱਜ ਕੇ ਜਵਾਨ ਤੇ ਸੋਹਣੀ ਸੀ। ਉਸਦੇ ਘਰ ਅਜੇ ਤੱਕ ਬਾਲ ਕੋਈ ਨਹੀਂ ਸੀ ਹੋਇਆ। ਉਹ ਅਰੋਗ ਸੀ। ਉਸਦੀਆਂ ਕਾਲੀਆਂ ਅੱਖਾਂ ਚਮਕ ਰਹੀਆਂ ਸਨ। ਉਹ ਕੰਬੀ ਜਾਂਦੀ ਸੀ। ਮੈਂ ਆਈ ਹਾਂ, ਉਹ ਬੋਲੀ, ਤੈਨੂੰ ਮਾਰਨ ਤੇ ਆਪ ਮਰਨ। ਇਹ ਬੋਲ ਸੁਣ ਕੇ ਸਰਦਾਰ ਕਿਸ਼ਨ ਸਿੰਘ ਤੇ ਬਾਬੂ ਸੰਤਾ ਸਿੰਘ ਦੰਗ ਰਹਿ ਗਏ। ਉਹ ਹੈਰਾਨ ਹੋਏ। ਉਹਨਾਂ ਦੇ ਕੰਨ ਖੜੇ ਹੋ ਗਏ ਤੇ ਬਿਰਤੀਆਂ ਇਕਾਗਰ ਹੋ ਗਈਆਂ। ਕੀ ਆਖਦੀ ਏਂ? ਦਾਰਾ ਸਿੰਘ ਕੁਝ ਕਾਹਲਾ ਪਿਆ। ਮੈਂ ਆਖਦੀਆਂ ਬੇਈਮਾਨ, ਦੇਸ਼ ਧਰੋਹੀ ਬਣ ਗਿਆ ਏਂ। ਤੂੰ ਵਿਕ ਗਿਆ ਏਂ। ਅੱਗੇ ਸਾਡੇ ਔਲਾਦ ਨਹੀਂ ਹੋਈ। ਕੀ ਪਤਾ ਕਿਹੜੇ ਪਾਪ ਦਾ ਫਲ ਤੂੰ ਭੋਗ ਰਿਹਾ ਏਂ। ਇਹ ਸੁਣ ਕੇ ਸਰਦਾਰ ਕਿਸ਼ਨ ਸਿੰਘ ਨੇ ਪਿਸਤੌਲ ਹੱਥ ਵਿੱਚ ਲੈ ਕੇ ਘੋੜੇ ਉੱਤੇ ਉਂਗਲ ਰੱਖ ਲਈ। ਤੂੰ ਕੀ ਬਕਦੀ ਏਂ? ਕੀ ਆਖਦੀ ਏਂ? ਪਾਗਲ ਤਾਂ ਨਹੀਂ ਹੋ ਗਈ? ਕਿਤੇ ਤੂੰ ਪੁਲਿਸ ਕੋਲ ਵਿਕ ਤਾਂ ਨਹੀਂ ਗਈ? ਤੇਰੇ ਬਾਪ ਨੇ ਚਲਾਕੀ ਨਹੀਂ ਖੇਡੀ? ਦਾਰਾ ਸਿੰਘ ਕਾਲੀ ਕਾਲੀ ਥਿੜਕ ਥਿੜਕ ਕੇ ਬੋਲੀ ਗਿਆ। ਉਸਦੇ ਚਿਹਰੇ ਤੇ ਤਰੇਲੀ ਆ ਗਈ। ਬਲਬੀਰ ਕੌਰ ਦੇ ਹੋਰ ਨੇੜੇ ਹੀ ਹੋਣ ਲੱਗਾ ਸੀ ਕਿ ਸਰਦਾਰ ਕਿਸ਼ਨ ਸਿੰਘ ਨੇ ਲਲਕਾਰਾ ਮਾਰਿਆ, ਇੱਥੇ ਜੰਮ ਕੇ ਖਲੋਤਾ ਰਹੋ, ਜੇ ਅੱਗੇ ਹੋਇਓ ਤਾਂ ਗੋਲੀ। ਫਿਰ ਉਸਨੇ ਬਲਬੀਰ ਕੌਰ ਨੂੰ ਸੰਬੋਧਨ ਕਰਕੇ ਪੁੱਛਿਆ, ਬੀਬੀ ਬੁਝਾਰਤਾਂ ਨਾ ਪਾ, ਸਿੱਧੀ ਗੱਲ ਕਰ, ਮਾਮਲਾ ਕੀ ਏ? ਵੇਲਾ ਥੋੜ੍ਹਾ ਹੈ, ਕੰਮ ਬਹੁਤ ਕਰਨੇ ਹਨ, ਛੇਤੀ ਦੱਸ। ਵੀਰ ਜੀ, ਬਲਬੀਰ ਕੌਰ ਬੋਲੀ, ਇਹ ਪੁਲਿਸ ਕੋਲ ਵਿਕ ਗਿਆ ਹੈ। ਮੈਂ ਇਸ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਇਹ ਤੁਸਾਂ ਨੂੰ ਫੜਾ ਦੇਗਾ। ਇਸ ਦੀ ਜੇਬ ਵਿੱਚ ਡੈਰੀ ਹੈ। ਸਾਰੀ ਕਾਰਵਾਈ ਪੁਲਿਸ ਨੂੰ ਦੱਸੇਗਾ। ਮੈਂ ਨੱਸੀ ਆਈ। ਇਸਨੇ ਥਾਂ ਟਿਕਾਣਾ ਵੀ ਪੁਲਿਸ ਨੂੰ ਦੱਸਿਆ ਸੀ। ਮੈਂ ਸੁਣ ਲਿਆ। ਸ਼ਾਇਦ ਪੁਲਿਸ ਵੀ ਆ ਜਾਏ। ਕਿਤੇ ਲੁਕੀ ਹੋਏ। ਗੱਦਾਰ ਬਣ ਗਿਆ, ਝੋਲੀ ਚੁੱਕ ਹੋ ਗਿਆ, ਕੁੱਲ ਨੂੰ ਕਲੰਕ ਲਾਉਣ ਲੱਗਾ। ਮੈਂ ਭਾਗਣ। ਮੈਂ ਨਹੀਂ ਚਾਹੁੰਦੀ ਕਿ ਲੋਕ ਸਾਨੂੰ ਲਾਹਣਤਾਂ ਪਾਉਣ। ਅਸੀਂ ਮੂੰਹ ਕਾਲੇ ਕਰਕੇ ਲੁਕਦੇ ਫਿਰੀਏ। ਇਹ ਤੁਸਾਂ ਨੂੰ ਧੋਖਾ ਦੇ ਰਿਹਾ ਹੈ। ਪੁਲਿਸ ਫੌਜ ਸਾਰੇ ਆ ਰਹੇ ਨੇ, ਨੱਸ ਜਾਓ। ਉਹ ਆ ਰਹੇ ਨੇ, ਮੈਂ ਥੱਕ ਗਈ ਹਾਂ। ਇਉਂ ਬੋਲਦੀ ਬੋਲਦੀ ਉਹ ਘਬਰਾ ਕੇ ਡਿੱਗ ਪਈ। ਉਹ ਬੌਂਦਲ ਗਈ ਸੀ। ਉਸਦੇ ਸਿਰ ਨੂੰ ਚੱਕਰ ਆਇਆ। ਪੱਥਰ ਉੱਤੇ ਸਿਰ ਵੱਜਾ ਤੇ ਲਹੂ ਵਗ ਤੁਰਿਆ। ਇਹ ਤੁਸਾਂ ਨੂੰ ਧੋਖਾ ਦੇ ਰਿਹਾ ਹੈ। ਪੁਲਿਸ ਫੌਜ ਸਾਰੇ ਨੱਸ ਜਾਓ। ਇਹ ਡੈਰੀ ਦਿੰਦਾ ਹੈ। ਉਹ ਆਪ ਮੁਹਾਰੇ ਹੀ ਬੋਲਦੀ ਗਈ। ਉਸਦਾ ਸਿਰ ਚੱਕਰਾ ਗਿਆ। ਤੀਵੀਂ ਸੀ। ਆਪਣੇ ਪਤੀ ਦੇ ਵਿਰੁੱਧ ਉਸਨੇ ਵੱਡਾ ਦੋਸ਼ ਲਾਇਆ। ਸ਼ਾਇਦ ਇਸ ਵਾਸਤੇ ਉਹ ਘਬਰਾ ਗਈ। ਇੱਕ ਪਾਸੇ ਪਤੀ ਤੇ ਦੂਜੇ ਪਾਸੇ ਦੇਸ਼ ਕੌਮ, ਕੌਣ ਵੱਡਾ, ਕਿਸ ਨੂੰ ਚੰਗਾ ਕਹੇ। ਇਸ ਬਦਲੇ ਉਸਦੇ ਹਿਰਦੇ ਵਿੱਚ ਘੋਲ ਹੁੰਦਾ ਰਿਹਾ ਸੀ। ਅੰਤ ਉਸਦੇ ਮਨ ਨੇ ਦੇਸ਼ ਦਾ ਪੱਖ ਲਿਆ। ਨੱਠੀ ਤੇ ਜੰਗਲ ਵਿੱਚ ਆ ਪੁੱਜੀ। ਦਾਰਾ ਸਿੰਘ ਨੱਠਣ ਲੱਗਾ। ਉਸਨੇ ਪਿਸਤੌਲ ਤਾਣ ਲਿਆ। ਉਹ ਆਪਣੇ ਅਸਲ ਰੂਪ ਵਿੱਚ ਪ੍ਰਗਟ ਹੋ ਗਿਆ। ਹਟ ਜਾਓ, ਮੈਂ ਗੋਲੀ ਮਾਰ ਦਿਆਂਗਾ। ਹਟ ਜਾਓ। ਇਹ ਆਖ ਕੇ ਉਹ ਇੱਕਦਮ ਇੱਕ ਕਦਮ ਚੁੱਕਣ ਹੀ ਲੱਗਾ ਸੀ ਕਿ ਸਰਦਾਰ ਕਿਸ਼ਨ ਸਿੰਘ ਨੇ ਉਸਦੀ ਲੱਤ ਵਿੱਚ ਗੋਲੀ ਮਾਰੀ। ਪਿਸਤੌਲ ਦੀ ਗੋਲੀ ਚੱਲਣ ਦਾ ਇੰਨਾ ਖੜਕਾ ਹੋਇਆ ਕਿ ਪਹਾੜੀ ਇਕਾਂਤ ਵਿੱਚ ਗੂੰਜੀ। ਮਨੁੱਖਾਂ ਨੂੰ ਤਾਂ ਕੰਨ ਚੁੱਕਣੇ ਸਨ, ਪੰਛੀ ਤੇ ਜਾਨਵਰ ਵੀ ਜਾਗ ਪਏ। ਦਾਰਾ ਸਿੰਘ ਨੇ ਵੀ ਗੋਲੀ ਚਲਾਈ, ਪਰ ਵਾਰ ਖਾਲੀ ਗਿਆ। ਉਸਦੀ ਇਹ ਹਰਕਤ ਦੇਖ ਕੇ ਕਿਸ਼ਨ ਸਿੰਘ ਦੇ ਸਾਥੀ ਨੇ ਦਾਰਾ ਸਿੰਘ ਦੀ ਪਿੱਠ ਵਿੱਚ ਗੋਲੀ ਮਾਰੀ। ਉਹ ਵਲ ਖਾ ਕੇ ਪਥਰੀਲੀ ਧਰਤੀ ਤੇ ਡਿੱਗ ਪਿਆ। ਅੱਗੇ ਕੀ ਕਰਨਾ ਚਾਹੀਦਾ? ਅਜੇ ਇਹ ਵਿਚਾਰ ਮਨ ਵਿੱਚ ਕਰ ਰਹੇ ਸਨ ਕਿ ਸਰਦਾਰ ਕਿਸ਼ਨ ਸਿੰਘ ਦੇ ਪਤਲੇ ਕੰਨਾਂ ਨੇ ਸੁਣਿਆ। ਘੋੜਿਆਂ ਦੇ ਸੁੰਮਾਂ ਦੀ ਟਿਪ ਟਿਪ ਸੁਣੀ। ਜਿਹੜੀ ਰਾਤ ਦੀ ਸ਼ਾਂਤੀ ਤੇ ਚੁੱਪ ਨੂੰ ਭੰਗ ਕਰਦੀ ਹੋਈ ਅੱਗੇ ਵਧੀ ਆ ਰਹੀ ਸੀ। ਪੁਲਿਸ? ਉਸਦੇ ਮੂੰਹੋਂ ਨਿਕਲਿਆ। ਆਦਮੀਆਂ ਨੂੰ ਸੱਦੋ, ਇਹਨਾਂ ਨੂੰ ਚੁੱਕਣ ਤੇ ਅੱਗੇ ਵੱਧ ਚੱਲੀਏ। ਪੁਲਿਸ ਆ ਗਈ। ਦਾਰਾ ਸਿੰਘ ਕਾਲੀ ਭੇਡ ਹੀ ਨਿਕਲਿਆ। ਸਰਦਾਰ ਕਿਸ਼ਨ ਸਿੰਘ ਦਾ ਸਾਥੀ ਬਾਕੀ ਸਾਥੀਆਂ ਵੱਲ ਨੱਠ ਪਿਆ। ਧੰਨਵਾਦ।